ਸੋ ਹੈਲੋ ਸਟੂਡੈਂਟਸ, ਆਪਾਂ ਲੈਕਚਰ ਇੱਕ ਨਵਾਂ ਲੈ ਕੇ ਆ ਗਏ ਹਾਂ ਜੀ ਤੁਹਾਡੇ ਪਾਸ। ਇਸ 'ਚ ਬਹੁਤ ਅੱਛੇ ਕੁਐਸਚਨਸ ਨੇ। ਮਤਲਬ ਜਦੋਂ ਆਪਾਂ ਵਰਡ ਕਹਿੰਦੇ ਨੇ ਐਲੀਗੈਂਟ ਕੁਐਸਚਨ ਕੰਟੀਨਿਊਟੀ ਦੇ ਔਰ ਕੰਪੀਟੀਸ਼ਨ ਲਈ, ਤਾਂ ਕਿਸ ਕਿਹੜੀ ਆਡੀਅੰਸ ਬੇਸਿਕਲੀ ਰਹੇਗੀ ਇਹਦੇ ਉੱਤੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਸਭ ਤੋਂ ਪਹਿਲਾਂ ਅਗਰ ਆਪਾਂ ਦੇਖੀਏ ਤੁਹਾਡੇ ਕੋਲ, ਠੀਕ ਹੈ, ਇਹ ਕੰਪੀਟੀਸ਼ਨ ਲਈ ਬਹੁਤ ਜਿਹਨੂੰ ਕਹਿੰਦੇ ਨੇ ਨਾ ਅੱਛੇ ਕੁਐਸਚਨਸ ਨੇ। ਸੋ ਜਿਹੜੀ ਤੁਹਾਡੇ KVPY ਵਾਲੇ ਹੈਗੇ ਨੇ ਤੁਹਾਡੇ ਕੋਲ ਉਹ ਆਡੀਅੰਸ ਰਹੇਗੀ, JEE ਵਾਲੇ ਹੈਗੇ ਨੇ ਉਹ ਆਡੀਅੰਸ ਰਹੇਗੀ, ਠੀਕ ਹੈ ਜੀ। ਮਾਸਟਰ ਕੈਡਰ ਵਾਲੇ ਹੈਗੇ ਨੇ ਤੁਹਾਡੇ ਕੋਲ, ਠੀਕ ਹੈ ਜੀ, ਉਹ ਆਡੀਅੰਸ ਰਹੇਗੀ। ਬੈਸਟ ਕੁਐਸਚਨ ਨੇ ਔਰ ਤੁਹਾਨੂੰ ਇਹ ਕੁਐਸਚਨ ਕਈ ਸਾਰੇ ਕਨਸੈਪਟ ਸਮਝਾਣਗੇ, ਠੀਕ ਹੈ। ਜੇ ਤੁਸੀਂ CBSE ਚੋਂ 100% ਨੰਬਰ ਲੈਣ ਵਾਲੇ ਬੱਚੇ ਹੋ ਤਾਂ CBSE ਵੀ ਇੱਕ ਆਪਸ਼ਨ ਹੋਏਗੀ, ਬਟ CBSE ਨਾਲ PSE ਵੀ ਹੋਏਗੀ, ਬਟ ਉਹਨਾਂ ਦੇ ਮੁਕਾਬਲੇ ਥੋੜਾ ਜਿਹਾ ਹਾਰਡ ਲੈਵਲ ਹੋਏਗਾ। ਦੂਜਾ ਮੈਂ ਕੰਪੀਟੀਸ਼ਨ ਦੀਆਂ ਟ੍ਰਿਕਸ ਯੂਜ਼ ਕਰੂੰਗਾ ਤੁਹਾਡੇ ਕੋਲ, ਤਾਂ ਉਹ ਆਪਾਂ ਨੇ ਦੇਖਣੀਆਂ ਨੇ। ਸੋ ਪਹਿਲਾ ਕੁਐਸਚਨ ਹੈਗਾ ਤੁਹਾਡੇ ਕੋਲ ਔਰ ਬਹੁਤ ਸੌਖੇ ਹੈ। ਜਿੰਨਾ ਟਾਈਮ ਤੁਸੀਂ ਲੈਣੇ ਹੋ ਮੈਂ ਅੱਧੇ ਟਾਈਮ 'ਚ ਕੁਐਸਚਨਸ ਕਰ ਦੇਣੇ ਨੇ, ਸਿਰਫ ਸਮਝਾਉਣ ਨੂੰ ਹੀ ਲੱਗੇਗਾ ਟਾਈਮ, ਹੋਰ ਕੁਝ ਨਹੀਂ। ਸੋ ਅਗਰ ਪਹਿਲੇ ਕੁਐਸਚਨ ਦੀ ਗੱਲ ਕਰੀਏ ਨਾ, ਪਹਿਲਾ ਕੁਐਸਚਨ ਹੈਗਾ ਤੁਹਾਡੇ ਕੋਲ, ਤਾਂ ਰੂਲ ਕੀ ਹੈ ਜਿਹੜਾ ਆਪਾਂ ਰੂਲ ਯਾਦ ਰੱਖਣਾ। ਰੂਲ ਇਹ ਹੈ, ਅਗਰ ਤੁਹਾਡੇ ਪਾਸ ਕੁਝ fx ਤੇ gx ਫੰਕਸ਼ਨ ਹੋਣ ਕਿਸੇ ਵੀ ਤਰ੍ਹਾਂ ਦਾ, x ਅਪਰੋਚਿਸ ਟੂ a ਹੋਵੇ, ਸੋ ਇਹਦਾ ਆਨਸਰ 0 ਹੁੰਦਾ ਹੈ। ਅਗਰ ਆਪਾਂ ਦੇਖੀਏ ਕਿ x ਅਪਰੋਚਿਸ ਟੂ a ਤੇ fx ਤੁਹਾਡਾ 0 ਹੋਵੇ ਐਂਡ gx ਤੁਹਾਡਾ ਬਾਉਂਡਡ ਫੰਕਸ਼ਨ ਹੋਵੇ, BD ਬਾਉਂਡਡ ਫੰਕਸ਼ਨ ਕਹਿ ਦਿੰਦਾ। ਇਹ ਸਾਡੇ ਕੋਲ ਇੱਕ ਰੂਲ ਹੈ ਔਰ ਇਹ ਕਾਫੀ ਯੂਜ਼ ਕਰਨਾ ਅਸੀਂ। ਮਤਲਬ ਇੱਕ ਫੰਕਸ਼ਨ ਤੁਹਾਡਾ 0 ਨੂੰ ਅਪਰੋਚ ਕਰਦਾ ਹੋਵੇ, ਦੂਜਾ ਬਾਉਂਡਡ ਹੋਵੇ, ਠੀਕ ਹੈ ਜੀ, ਤਾਂ ਤੁਹਾਡੇ ਕੋਲ ਜਿਹੜਾ ਹੈ ਤੁਹਾਡਾ ਆਨਸਰ 0 ਤੇ ਅਪਰੋਚ ਕਰ ਦਿੰਦਾ। ਤਾਂ ਉਹ ਪੁੱਛ ਰਿਹਾ ਕੰਟੀਨਿਊਸ ਹੈ ਕਿ ਇਹਦੀ ਵੈਲਿਊ ਪੋਜ਼ਿਟਿਵ ਨੈਗੇਟਿਵ ਕੇ 0 ਤੇ ਤੁਹਾਡੇ ਕੋਲ ਆਹ ਵਾਲੀ ਚੀਜ਼, ਠੀਕ ਹੈ ਜੀ। ਸੋਚ ਕੇ ਦੇਖੋ, ਜੇ ਤੁਸੀਂ k 0 ਦੇ ਦਿੱਤਾ ਉਰੇ ਨਾ ਤਾਂ ਇਹ ਹਟ ਜਾਏਗਾ ਤੇ cos 1/x ਡਜ਼ ਨਾਟ ਐਗਜ਼ਿਸਟ ਹੈ ਸਿੱਧਾ। ਮਤਲਬ 30 ਸਕਿੰਟ 'ਚ ਕੁਐਸਚਨ ਹੋ ਜਾਂਦਾ, ਠੀਕ ਹੈ। ਸੋ ਇੱਥੇ 0 ਵਾਲੀ ਆਪਸ਼ਨ ਤਾਂ ਆਰਾਮ ਨਾਲ ਕੱਟ ਗਈ। ਸੋ ਇੱਥੇ ਵੀ 0 ਆਉਂਦੀ ਹੈ, ਇਹ ਆਪਸ਼ਨ ਵੀ ਆਰਾਮ ਨਾਲ ਕੱਟ ਗਈ। ਹੁਣ ਆ ਗਈ ਲੈਸ ਤੇ ਇਹਨੇ ਨੀਚੇ ਚਲਾ ਜਾਣਾ ਹੈਗਾ। ਜੇ ਨੀਚੇ ਚਲੇ ਗਿਆ 1/0 ਫਿਰ ਤੁਹਾਨੂੰ ਤੰਗ ਕਰੂਗਾ, ਤੇ ਇਹਦਾ ਮਤਲਬ ਸਿਰਫ ਇੱਕ ਪੋਜ਼ਿਟਿਵ ਵਾਲੀ ਆਪਸ਼ਨ ਰਹੇਗੀ। ਜੇ ਪੋਜ਼ਿਟਿਵ ਰਹੇਗਾ ਕਿ, ਠੀਕ ਹੈ, ਤਾਂ ਫਿਰ ਕੀ ਰਹੇਗਾ, ਆਹ ਵਾਲੀ ਚੀਜ਼ ਪੋਜ਼ਿਟਿਵ ਰਹੇਗਾ ਤਾਂ x ਅਪਰੋਚਿਸ ਟੂ 0 ਤੇ x ਦੀ ਪਾਵਰ k 0 ਹੈ, ਤੇ ਜਿਹੜਾ cos 1/x ਹੈ ਇਹ ਬਾਉਂਡਡ ਫੰਕਸ਼ਨ ਹੈਗਾ ਹੀ ਹੈਗਾ ਏ। ਸੋ ਮੈਂ ਮੰਨ ਕੇ ਚੱਲਦਾ ਬਾਉਂਡਡ ਦੀ ਡੈਫੀਨੇਸ਼ਨ ਸਾਰਿਆਂ ਨੂੰ ਪਤਾ। ਕੁਝ ਚੀਜ਼ਾਂ ਆਪਾਂ ਨੂੰ ਆਉਂਦੀਆਂ ਨੇ, ਆਪਾਂ ਜਮਾ ਬਲੈਂਕ ਨਹੀਂ ਹੈਗੇ ਤੁਹਾਡੇ ਕੋਲ, ਠੀਕ ਹੈ। ਸੋ ਇਹ ਵਾਲਾ ਰਿਜ਼ਲਟ ਹੈ। ਜੇ ਤੁਹਾਡੇ ਕੋਲ, ਜੇ ਤੁਸੀਂ ਮਾਸਟਰ ਕੈਡਰ ਵਾਲੇ ਹੋ ਤਾਂ BSc 1 ਦੇ ਵਿੱਚ ਅਸੀਂ ਪ੍ਰੂਵ ਵੀ ਕਰਦੇ ਹਾਂ ਤੁਹਾਡੇ ਕੋਲ ਬਾਈ ਡੈਫੀਨੇਸ਼ਨ। ਸੋ ਜੇ ਸਿੱਧਾ ਵੀ ਸੋਚੀਏ, ਜੇ 0 ਆਇਆ ਤਾਂ cos 1/x ਡਜ਼ ਨਾਟ ਐਗਜ਼ਿਸਟ ਹੈ, ਠੀਕ ਹੈ। x ਅਪਰੋਚਿਸ ਟੂ 0 ਤੇ ਇਹਨੇ ਐਗਜ਼ਿਸਟ ਨਹੀਂ ਕਰਨਾ, ਤੁਸੀਂ 0 ਤੇ ਕੰਟੀਨਿਊਟੀ ਡਿਸਕਸ ਕਰਨੀ ਹੈ। ਸੋ ਆਹ ਆਪਸ਼ਨ 'ਚ ਇਕੁਅਲ ਆਪਸ਼ਨ ਖਤਮ ਹੀ ਹੋਗੀ। ਲੈਸ ਤੇ ਇਹਨੇ ਨੀਚੇ ਆ ਜਾਣਾ, 1/x ਕਰੋਗੇ 1/0 ਫਿਰ ਇਨਫਿਨਿਟੀ, ਤੇ ਇਹਦਾ ਮਤਲਬ ਇੱਕੋ ਹੀ ਆਪਸ਼ਨ ਬਚੀ ਪੋਜ਼ਿਟਿਵ ਵਾਲੀ। ਸੋ ਇਹਦਾ ਆਨਸਰ ਆ ਗਿਆ ਤੁਹਾਡੇ ਕੋਲ, ਠੀਕ ਹੈ ਜੀ। ਪੋਜ਼ਿਟਿਵ ਤੇ ਹੀ ਬਚਣਾ ਹੈ, ਨੈਗੇਟਿਵ ਤੇ ਇਸਨੇ ਨਹੀਂ ਬਚਣਾ ਹੈਗਾ। ਸੋ ਇਹ ਤੁਹਾਡਾ ਕੁਐਸਚਨ ਹੋ ਗਿਆ। ਦਾ ਵੈਲਿਊ ਆਫ f of 0 ਦਾ ਮਤਲਬ ਹੈ ਉਹ ਕਹਿੰਦਾ ਤੁਸੀਂ ਕੰਟੀਨਿਊਸ ਹੋ, ਠੀਕ ਹੈ। ਤੁਸੀਂ ਸਿਰਫ f of 0 ਜਿਹੜਾ ਹੈਗਾ ਤੁਹਾਡੇ ਪਾਸ ਫਾਈਂਡ ਕਰਨਾ। ਇਹਦਾ ਮਤਲਬ ਕੀ ਹੋਇਆ, ਇਹਦਾ ਮਤਲਬ ਇਹ ਹੋਇਆ ਇੱਥੇ ਸਿੱਧੀ ਨਾ ਭਰਨ ਲੱਗ ਜਾਓ, ਤੁਸੀਂ 0 ਭਰੋਗੇ ਤਾਂ ਇਹਨੇ 0/0 ਬਣ ਜਾਣਾ, ਤੁਹਾਡਾ ਕੁਐਸਚਨ ਜਾਂਦਾ ਰਹਿਣਾ। f of 0 ਅਸਲ 'ਚ ਕਿਹਦੇ ਬਰਾਬਰ ਹੁੰਦਾ, ਲਿਮਟ x ਅਪਰੋਚਿਸ ਟੂ 0 ਪੋਜ਼ਿਟਿਵ fx, ਲਿਮਟ x ਅਪਰੋਚਿਸ ਟੂ 0 ਨੈਗੇਟਿਵ fx ਤੇ ਇਕੁਅਲ ਟੂ f of 0 ਹੁੰਦਾ। ਸਿੱਧਾ 0 ਭਰੇ ਤੇ ਨਹੀਂ ਬਣ ਰਿਹਾ ਆਨਸਰ, ਤਾਂ ਤੁਸੀਂ ਇਹਦਾ ਮਤਲਬ ਹੈ ਕਿ ਇੱਕ ਲਿਮਟ ਨਿਕਾਲ ਲਓ, ਚਾਹੇ ਪੋਜ਼ਿਟਿਵ ਨਿਕਾਲ ਲਓ ਚਾਹੇ ਨੈਗੇਟਿਵ ਨਿਕਾਲ ਲਓ, ਠੀਕ ਹੈ ਜੀ। ਸੋ ਤੁਸੀਂ ਲਿਮਟ x ਅਪਰੋਚਿਸ ਟੂ 0 ਪੋਜ਼ਿਟਿਵ ਲੈ ਲਈ, ax a ਸਕੁਅਰ, ਠੀਕ ਹੈ, ਨੀਚੇ ਸਾਈਨ bx। ਸਭ ਤੋਂ ਪਹਿਲਾ ਤਰੀਕਾ ਕੀ ਹੁੰਦਾ ਵੀ ਜਿਹੜਾ ਸਾਈਨ ਹੁੰਦਾ ਉਸ ਨੂੰ ਹਟਾ ਦਿਓ ਕੁਐਸਚਨ ਦੇ ਵਿੱਚੋਂ, ਠੀਕ ਹੈ। ਤੁਹਾਡੀ ਅੱਧੀ ਟੈਨਸ਼ਨ ਨਿਕਲ ਜਾਏਗੀ। ਉਰੇ bx ਕਰ ਦਿਓ, ਉਰੇ bx ਕਰ ਦਿਓ, ਹੈ ਨਾ। तो लिमिट अलग अलग हो जाती है, तो मैं इन्हों अगले स्टैप हटा दा। तो स्टैप नहीं मैं लिख रहा, बेसिकली मैं ऑब्जेक्टिव टाइप क्वेश्चंस कर रहा, तो मैंने ट्रेडिशनली लिखण की जरूरत नहीं पैनी। सो ये वैल्यू 1 हो जानी, लिमिट अलग हो जाती। अल्टीमेटली थोड़े को x प्लस a स्केयर आ गया, तो नीचे भी x आ गया एंड लिमिट x अप्रोचिस टू 0 पॉजिटिव आ गया। हुण तुसी की करना, तुसी जस्ट इसनों रैशनलाइज कर देना है बस, ठीक है जी। सो x प्लस a स्केयर, तो तुसी जो रैशनलाइज करना है तो कोल, ठीक है, तो ऊपर की बन जाएगा, ऊपर बन जाएगा ए स्केयर, ठीक, एक्स माइनस ए स्केयर आ जाएगा क्योंकि रूट हट जाना है, ठीक जी। नीचे आ जाएगा तो कोल बी एक्स, ठीक है जी। इत्थे आ जाएगा प्लस का निशान, एक्स प्लस ए स्केयर विद इन रूट है जी, विद इन रूट है। लिमिट एक्स अप्रोचिस टू 0 पॉजिटिव है, यस। हुण जो तुसीं उपर देखोगे आ तां तुहाडी टर्म कट गई,
x ना x कटिया गया, लिमिट x अप्रोचेस टू 0 करोगे तो माइनस आ x इस ना कट जाना जी। अगले स्टैप च चाहे कट के दिखा दो, पर ऑब्जेक्टिव च इन्नियां चीज़ां सोची दियां नहीं होंदियां, कट के दिमाग च ही कट दईदा। तो इत्थे पॉजिटिव है, इत्थे x प्लस ए स्केयर का रूट है। सो जो इत्थे 0 अप्रोच करेगा थोड़ा x, तो इत्थे 0 हो जाएगा, इत्थों ए आ जाएगा तुहाडे कोल, ठीक है जी। सो स्टार्टिंग च देख लो, एक्चुअली ए मैं गलत लिख दिता तुहाडे कोल, इत्थे के प्लस ए भी है ना। सो जिहड़ा हैगा तुहाडे कोल, 1 मिनट मैं थोड़ी इरेजर यूज़ कर ला। तो आ वाली चीज़ हैगी है जिहड़ी तुहाडे कोल, इत्थे मैं ना इत्थे थोड़ा जिहा मेरा एक स्टैप रह गया, चलो मैं इहनूं कट दूँ, ठीक है। सो इत्थे मैं दोबारा लिख देना, ए लिखना रह गया। सो ये वाली चीज़ जिहड़ी होगी तुहाडे कोल, उपर तो ठीक सी ए स्केयर माइनस एक्स माइनस ए स्केयर सीगा, नीचे की सीगा अल्टीमेटली बी एक्स तो मल्टीप्लाई हैगा ही हैगा, उरे ए सीगा एक एक्स प्लस ए स्केयर, इदा सीगा। तो डेफिनेटली जो कट रहा सी, तो कटे रहा सी, वो नहीं कोई मल्टीप्लीकेशन प्रॉब्लम सी। सो ये माइनस इत्थे बी इत्थे ए इत्थे एक्स प्लस ए स्केयर आ गया, ठीक है। एक्स अप्रोचेस टू 0 है, जो थोड़ा एक्स अप्रोचेस टू 0 है तो इत्थे थोड़ा 0 आऊ, ए स्केयर चो ए बाहर आजू, तो अल्टीमेटली माइनस 1, ठीक है। 1 तो 1 2 ए तो 1 बी नाल हैगा। सो ये वाला थोड़ा आंसर आ जाना। सो ये वाला आंसर आ जाएगा, तो डी ऑप्शन थोड़ी ट्रू हो जाएगी। तीसरा हाँ जी, आ एक ग्रेटेस्ट इंटीजर फंक्शन है, कहता कंटिन्यूज एक्सेप्ट एट 1 पॉइंट, कंटिन्यूज एक्सेप्ट एट 2 पॉइंट, कंटिन्यूज एक्सेप्ट एट 3 पॉइंट, टोटल कंटिन्यूज है। जिथे इंटीजर आ जाए ना, ग्रेटेस्ट इंटीजर फंक्शन है जिहड़ा, ये इंटैग्रल वैल्यू ते डिसकंटिन्यूज हुंदा। इंटैग्रल वैल्यू ते दोबारा बोल रहे हैं, इंटैग्रल वैल्यू ते ने डिसकंटिन्यूज होना। आ तो सिर्फ मीनिंग समझाया होएगा, ये इहदे नाल लिंक नहीं हैगा। सो इंटैग्रल वैल्यू ते तुसी डिसकंटिन्यूज हुंदे हो, इस पोर्शन च किस वैल्यू ते थोड़ा आंसर इंटैग्रल आएगा। अगर 1/√3 ले ला या 2/√3 ले ला, और 1/√3 फिल करके देखो, ये 3 1/3 आ जाएगा, 3 ਨਾਲ 3 कटिया जाएगा, 1 + 2 इंटीजर आ गया। मतलब तुसी x की वो वैल्यू भरनी है जिहदे ते इहदा आंसर इंटीजर आ जाए, ठीक है। सो इस इंटरवल ਦੇ ਵਿੱਚ ਭਰਨੀ ਹੈ। सो 2 ਪੁਆਇੰਟਾਂ ਤੇ ਇੰਟੈਗਰਲ ਆ ਰਿਹਾ, ਇਹਦਾ ਮਤਲਬ 2 ਪੁਆਇੰਟਾਂ ਤੇ ਇਹਦੀ ਇੰਟੀਜਰ ਵੈਲਿਊ ਆ ਰਹੀ ਹੈ। तो यदा मतलब तुहाडे कोल 2 जंप आ गए, यदा मतलब कंटिन्यूज एक्सेप्ट एट 2 पॉइंट्स है। सो 2 पॉइंट कदे भी इदां दा क्वेश्चन आ जाए तो तुसी सिर्फ देखना किहड़ी इंटैग्रल वैल्यू ते जंप करता है। और जिहड़े 12th वाले शायद इंटैग्रेशन ते नहीं पहुंचे हुंदे स्टार्टिंग दे विच, पर जिहड़े BSc वाले हैगे आ तुहाडे कोल, उन्हां ने इंटैग्रेशन दे विच जदों राइमन इंटैग्रेशन करते हैं, सो इंटैग्रेशन च इत्थों इंटैग्रल वैल्यू देख के इंटैग्रेशन करते होंगे। सो उन्हां लई औखा। सो जिहड़ा आ वाला क्वेश्चन नंबर 4 है, क्वेश्चन नंबर 4 मोस्ट एलीगेंट क्वेश्चन है। अगर कंटिन्यूटी ना तुसी काउंटर करना है, ये क्वेश्चन का कंसैप्ट ना आंदा होवे तो डेफिनेटली तुहानू आउंदी ही नहीं कंटिन्यूटी। अगर इस क्वेश्चन च डाउट, तो मेरे वालों वेरी इंपॉर्टेंट है जी, कि VPY बड़ा वड्डा एग्जाम हुंदा जी ये तुहाडे कोल, इस करके जिहड़ा हैगा अखां खोल के चलना पऊगा तुहाडे कोल, ठीक है जी। दूसरी चीज़ मास्टर कैडर या लैक्चरर कैडर कहने जिन्हों आपां, मतलब लैक्चरर उस तो उत्ते दा लैवल हुंदा, उह च बड़ियां शानदार चीज़ां पुछदे ने तुहाडे कोल। सो इस क्वेश्चन नू की करना हैगा, इस क्वेश्चन नू करन लई ना मैं तुहानू माड़ा जिहा SGN सिग्नम फंक्शन हुंदा जी, मैं माड़ा जिहा तुहानू सिग्नम फंक्शन बारे दसदा, क्योंकि जे तुसी सिग्नम फंक्शन समझ गए, इनू तो आपां 2 पार्ट्स दे विच कर लांगे क्योंकि क्वेश्चन काफ़ी ने, बट जिहड़ा हैगा तुहाडे पास, अगर तुसी सिग्नम फंक्शन का मतलब समझ गए, दैन तुसी जिहड़ा हैगा तुहाडे पास बहुत कुछ समझ गए। तो मैं इत्थे ना तुहानू सिग्नम फंक्शन दसन लग्या वां, तो मैं एग्जाम्पल्स भी कोट करूँगा सिग्नम फंक्शन के लिए तुहाडे कोल, तुसी उस कॉन्सैप्ट नू समझना। सो इत्थे वारी आ गई कॉन्सैप्ट दी, कॉन्सैप्ट वेरी इंपॉर्टेंट कॉन्सैप्ट, क्योंकि देखो सिग्नम फंक्शन तो सब नू आंदा है। तुसी कहोगे सिग्नम फंक्शन तो हर बंदे नू डिफाइन है कि जिहड़ा इहदा आंसर हुंदा 1, अगर x ग्रेटर दैन 0 हुंदा, x इक्वल टू 0 तो आंसर 0 हुंदा, x लैस दैन 0 तो आंसर -1 हुंदा। ये हर बंदे नू पता है तुहाडे कोल, ठीक है जी। तो ये NCERT जिन्हों मतलब आप कहने भी जे किसी ने सिंपल मैथ उंजे लिया, एडिशनल मैथ आर्ट्स विच लिया, उस बंदे नू भी सिग्नम फंक्शन पता होगा। मैं नहीं कह रहा आर्ट्स माड़ी होंगी है, बट उत्थे आप कोई कंपीटेटिव एग्जाम दिमाग च रख के नहीं चलते है, तो उस बंदे नू भी पता होंगे कि सिग्नम फंक्शन आए, ठीक है। तो ये वाला फंक्शन है x दे पॉजिटिव ते आए, x दे 0 ते आए, तो x दे नैगेटिव ते आए। इसका मतलब जिहड़ा ये फंक्शन है, ये फंक्शन इज डिसकंटिन्यूज एट, ठीक है, डिसकंटिन्यूज एट x इक्वल टू 0। माने जे थोनू
SGN लिखिया होया SGN सिग्नम X ਤਾਂ ਇਹ ਵਾਲੇ ਪੁਆਇੰਟ ਨੂੰ ਅਗਰ ਤੁਸੀਂ 0 ਪੁੱਟ ਕਰੋਗੇ ਤਾਂ ਤੁਹਾਨੂੰ ਡਿਸਕੰਟੀਨਿਊਟੀ ਮਿਲਦੀ ਹੈ। ਇਹ ਬੜਾ ਵੱਡਾ ਪੁਆਇੰਟ ਹੈ ਜੀ। ਇਹ ਪੁਆਇੰਟ ਨੂੰ ਡਿਸਕਸ ਕਰੋਗੇ ਤੁਸੀਂ ਡਿਸਕੰਟੀਨਿਊਟੀ। ਔਰ ਜਿਸ ਦਿਨ ਪੇਪਰ 'ਚ ਆ ਗਿਆ ਨਾ ਕੁਐਸਚਨ ਤੁਹਾਡੇ ਕੋਲ, ਠੀਕ ਹੈ, ਬਹੁਤਿਆਂ ਨੂੰ ਨਹੀਂ ਆਂਦਾ ਹੋਣਾ ਤੁਹਾਡੇ ਕੋਲ ਵੀ ਆਹ ਚੀਜ਼ ਕੀ ਹੈਗੀ ਆ। ਹੁਣ ਮੈਂ ਤੁਹਾਨੂੰ 1-2 ਮਿੰਟ ਐਗਜ਼ਾਮਪਲਸ ਦੇਣਾ ਵਾ ਤੁਹਾਡੇ ਕੋਲ। ਮਤਲਬ ਜੇ ਮੈਂ ਤੁਹਾਨੂੰ ਐਵੇਂ ਕਹਿ ਦਾਂ, ਠੀਕ ਹੈ ਬਈ ਇਹਦੀ ਡਿਸਕਸ ਇੱਥੇ, ਸੋ ਮੈਂ ਨਵਾਂ ਕੁਐਸਚਨ ਅਰਾਈਜ਼ ਕਰ ਰਿਹਾ ਜੀ, ਡਿਸਕਸ ਦਾ ਕੰਟੀਨਿਊਟੀ, ठीक है, कंटिन्यूटी ऑफ SGN सिग्नम ब्रैकेट विच मैं पा दिता x³ माइनस x। सो मैं एक क्वेश्चन अराइज करता, उस क्वेश्चन करन पहला सो डिस्कस द कंटिन्यूटी, ठीक है जी, कंटिन्यूटी ऑफ सिग्नम दिस। तो जे ये सिग्नम दिस आ गया तो कुछ नहीं होना, बाकी सारे पॉइंट ते कंटिन्यूस है, बस जिथे ए 0 हो जाए उत्थे डिसकंटिन्यूटी होंदी है। सो x³ माइनस x इक्वल टू 0, x कॉमन कर लिया, x² माइनस 1 इक्वल टू 0। सो x इक्वल टू 0, x इक्वल टू 1, x इक्वल टू -1। इन्हां 3 पॉइंट ते डिसकंटिन्यूटी होएगी, बाकी सारे पॉइंटां ते कंटिन्यूटी होएगी। सो ये चीज़ का आपां ने ख्याल रखना हैगा जी तुहाडे कोल। सो मैं एक क्वेश्चन नवा करता जी, फॉर एग्जाम्पल मैं होर ले लेना क्वेश्चन, तो अगला क्वेश्चन ले लीए आपां तुहाडे कोल। सो मैं तुहानूं जिहड़ा हैगा ਜਿਹੜੇ ਤੁਹਾਡੇ ਕੁਐਸਚਨਸ ਨੇ, ਕੁਐਸਚਨਸ ਦੇ ਡਾਊਟ ਤਾਂ ਹੈਗੇ ਹੀ ਹੈਗੇ ਨੇ, ਉਹਦੇ ਕੰਪੈਰੀਟਿਵਲੀ ਤੁਹਾਨੂੰ ਕਨਸੈਪਟ ਵੀ ਨਾਲ ਇੰਟਰੋਡਿਊਸ ਕਰੀ ਜਾ ਰਿਹਾ ਮੈਂ ਤੁਹਾਡੇ ਕੋਲ, ਠੀਕ ਹੈ ਜੀ। ਸੋ ਅਗਰ ਮੈਂ ਤੁਹਾਨੂੰ ਐਂ ਕਹਿ ਦਿੱਤਾ, ਚਲੋ ਤੁਹਾਨੂੰ ਮੈਂ ਕਹਿ ਦਿੱਤਾ ਕਿ SGN ਸਿਗਨਮ ਦੀ ਕੰਟੀਨਿਊਟੀ ਤੁਸੀਂ ਡਿਸਕਸ ਕਰੋ ਜੀ 2 cos x माइनस 1। असी कंटिन्यूटी ते नहीं जाना, असी डिसकंटिन्यूटी ते जाना हैगा, ख्याल रखियो तुहाडे को। सो जे डिसकंटिन्यूटी ते जाना हैगा तो तुहाडे कोल डिसकंटिन्यूटी कित्थे अराइज होएगी 2 cos x माइनस 0 ते। इहदा मतलब जदों cos x बराबर है 1/2 होएगा तो इत्थे डिसकंटिन्यूटी अराइज होएगी, ठीक है जी। तो जे तुसी इहदा फार्मूला लाओ तो x इज इक्वल टू 2n पाई प्लस माइनस अल्फा होंदा, तो प्लस माइनस पाई/3 कर दो, अल्फे की वैल्यू पाई/3 आ जाएगी। सो ये उत्ते x पाई/3 आंदा। सो जनरल फार्मूला ट्रिग्नोमेट्री के तुहानूं आंदे ने। सो इन्हां पॉइंटां ते डिसकंटिन्यूटी अराइज होएगी तो बाकी सारे पॉइंट ते की हो जाएगी, कंटिन्यूटी अराइज हो जाएगी। देयरफॉर ये बड़ा जबरदस्त कंसैप्ट है जी तुहाडा। सो क्वेश्चन नंबर 4 ते 4 नूं तां मैं पूरा सॉल्व करदा जी, बाकी इस वीडियो नूं आपां अगले लैक्चर ते लै जांगे। तुहाडे कोल कोई एड्डी रोले वाली गलबात है नहीं, हौसले नाल लगे रहियो, ठीक है। लर्निंग इज मॉडिफिकेशन ऑफ बिहेवियर एंड इस लैक्चर तो बाद तुहाडा बिहेवियर डेफिनेटली मॉडिफाई होएगा, तुहानूं डेफिनेटली चीज़ां मिलणगियां। अगर तुसी किते कोचिंग नहीं जा पा रहे, सो वीडियो देखते जाओ, तुहाडे कोल जिहड़ा हैगा तुहाडे कोल ਉਹ ਤੁਹਾਡੇ ਕੋ ਤੁਹਾਨੂੰ बहुत ज़्यादा बेनिफिट होएगा ਤੁਹਾਡੇ ਕੋਲ, ठीक है जी। सो देखो ਆਪਾਂ क्वेश्चन कह रहे कहता इट इज़ कंटिन्यूस, ठीक है तो कंटिन्यूस फॉर ऑल वैल्यूज ऑफ, देखो सिग्नम दिता है इज कंटिन्यूस, ठीक है जी, एट ऑल वैल्यूज ऑफ एक्स, ठीक है जी, ऑल वैल्यूज ऑफ एक्स ते, ठीक है जी। उस तो बाद हैगा है ਤੁਹਾਡੇ ਕੋਲ स्टेटमेंट ਨੂੰ ਧਿਆਨ ਨਾਲ समझ लो की कह रहा हैगा स्टेटमेंट, तो ਤੁਹਾਨੂੰ आराम नाल क्वेश्चन समझ आ जाएगा। ਆਪਾਂ ਨੂੰ ਕਹਿ ਰਿਹਾ ਹੈਗਾ ਇਹ ਤੁਹਾਡੇ ਕੋਲ ਇਫ ਦਾ ਸਿਗਨਮ, ਠੀਕ ਹੈ ਜੀ, ਸਿਗਨਮ ਦਿਸ ਇਜ਼ ਕੰਟੀਨਿਊਸ ਐਟ ਆਲ ਵੈਲਿਊ ਆਫ x ਦਾ ਪੋਸੀਬਲ ਵੈਲਿਊ a ਇਜ਼, ਠੀਕ ਹੈ। ਕਹਿੰਦਾ ਇਹ ਜਿਹੜਾ ਕੰਟੀਨਿਊਸ ਹੈਗਾ ਇਹ ਆਲ ਵੈਲਿਊਜ਼ ਆਫ x ਹੈ ਤੁਹਾਡੇ ਕੋਲ, ਦੈਨ ਪੋਸੀਬਲ ਵੈਲਿਊ ਕੀ ਹੋਣੀ ਚਾਹੀਦੀ ਹੈ। ਸੋ ਕੰਟੀਨਿਊਸ ਬੋਲ ਰਿਹਾ ਤੁਹਾਡੇ ਪਾਸ, ਇਹਦਾ ਮਤਲਬ ਡਿਸਕੰਟੀਨਿਊਟੀ ਛੱਡ ਦੋ ਬਈ। कंटिन्यूस बोल रहे हैं तो डिसकंटिन्यूटी छोड़ दो ना, तुहाडे कोल कहंदा कंटिन्यूस एट, कंटिन्यूस है तो तुसी की छोड़ो, तुसी डिसकंटिन्यूटी छोड़ो, तो डिसकंटिन्यूटी थोड़ी कित्थे होएगी, ठीक है जी। सो लो जी डिसकंटिन्यूटी थोड़ी जेड़ी होएगी ध्यान नाल देखियो 2 sin x प्लस a, ये 0 नहीं चाहिए, ठीक है। सो सिंपल जी गल है, क्योंकि जे 0 होया तो डिसकंटिन्यूटी होएगी तुहाडे कोल, ठीक है जी। तो 0 नहीं चाहिए, मैं नीचे जाके करदा जी, मैंने जगह चाहिए थोड़ी जी तुहाडे को। सो ਇਹਦਾ मतलब मैं की लिखूँगा, मैं लिखूँगा 2 sin x प्लस a 0 ना होवे, 0 ना होवे ਇਹਦਾ मतलब पता की होया sin x ना होवे -a/2, तो sin x की वैल्यू ਜਿਹੜੀ ਹੈਗੀ ਆ ਉਹ -a/2 नहीं होनी चाहिए, ठीक है जी। सो ये चीज़ श्योरली होगी ਤੁਹਾਡੇ ਕੋਲ, ठीक है जी। तो जे ਤੁਹਾਡੇ ਕੋਲ ਜਿਹੜਾ ਹੈਗਾ ਹੈ ਇਹ वैल्यू नहीं होनी चाहिए तो उस केस ਦੇ ਵਿੱਚ ਆਪਾਂ ਕਹਿੰਦੇ ਆ ਤੁਹਾਡੇ ਕੋਲ, ਹੁਣ ਤੁਸੀਂ ਸੋਚ ਕੇ ਦੇਖੋ ਸਾਈਨ ਜਿਹੜਾ ਹੁੰਦਾ ਹੈਗਾ ਤੁਹਾਡੇ ਕੋਲ, ਮਤਲਬ ਆਪਾਂ ਕਹੀਏ ਜਿਹੜਾ ਸਾਈਨ x ਹੁੰਦਾ, ਸਾਈਨ x ਲਾਈਜ਼ ਬਿਟਵੀਨ -1 ਐਂਡ ਜਿਹੜਾ ਹੈਗਾ ਤੁਹਾਡੇ ਕੋਲ
1 ਹੁੰਦਾ ਹੈਗਾ ਅਗਰ ਆਪਾਂ ਦੇਖੀਏ, ਠੀਕ ਹੈ। ਉਹ ਕਹਿੰਦਾ ਬਈ ਸਾਈਨ ਇਹਦੇ ਬਰਾਬਰ ਨਾ ਹੋਵੇ। ਸੋਚ ਕੇ ਦੇਖੋ ਕੁਐਸਚਨ ਕੀ ਕਹਿ ਰਿਹਾ ਤੁਹਾਡੇ ਕੋਲ, ਮਤਲਬ ਜਾਂ ਆਪਾਂ ਐਂ ਕਹਿ ਲਈਏ ਕਿ ਸਾਈਨ ਐਕਸ ਦਾ ਜਿਹੜਾ ਮੋਡ ਹੁੰਦਾ ਉਹ ਲੈਸ ਦੈਨ ਇਕੁਅਲ ਟੂ 1 ਹੁੰਦਾ, ਇੱਕ ਤੋਂ ਛੋਟਾ ਤੁਹਾਡਾ ਮੋਡ ਹੁੰਦਾ ਹੈਗਾ ਤੁਹਾਡੇ ਕੋਲ। ਬਟ ਇਹ ਬੰਦਾ ਕਹਿੰਦਾ ਤੁਸੀਂ ਸਾਈਨ ਦੇ ਬਰਾਬਰ ਨਹੀਂ ਹੈਗੇ। ਜੇ ਤੁਸੀਂ ਸਾਈਨ ਦੇ ਬਰਾਬਰ ਨਹੀਂ ਹੈਗੇ ਤਾਂ ਫਿਰ ਆਹ ਵਾਲੀ ਚੀਜ਼ ਜਿਹੜੀ ਹੈਗੀ ਹੈ ਇਹਦਾ ਮੋਡ ਹੋਊਗਾ ਉਹ 1 ਨਾਲੋਂ ਵੱਡਾ ਹੋਊਗਾ। ਸੋ ਇਹਦਾ ਮਤਲਬ a ਦੀ ਵੈਲਿਊ ਜਿਹੜੀ ਹੈਗੀ ਹੈ 2 ਨਾਲੋਂ ਵੱਡੀ ਹੋਊਗੀ, ਠੀਕ ਹੈ ਜੀ। ਉਹ ਕਹਿੰਦਾ ਸੀ ਕਿਹੜੀ ਵੈਲਿਊ ਲਈ ਕੰਟੀਨਿਊਸ ਹੈ, ਆਪਾਂ ਕਹਿੰਦੇ ਆ ਨਾ ਹੋਵੇ, ਠੀਕ ਹੈ ਜੀ। ਜੇ ਆ ਨਾ ਹੋਊਗਾ ਤਾਂ ਇਹਦੇ ਵਿੱਚ ਤੁਸੀਂ ਨਹੀਂ ਹੋ ਸਕਦੇ, ਜੇ ਇਹਦੇ ਵਿੱਚ ਤੁਸੀਂ ਨਹੀਂ ਹੋ ਸਕਦੇ ਤਾਂ ਤੁਹਾਡਾ ਜਿਹੜਾ ਮੋਡ ਹੈਗਾ ਇਹ ਤੁਹਾਡੇ ਕੋਲ ਉਹ ਗ੍ਰੇਟਰ ਦੈਨ ਤੁਹਾਡੇ ਕੋਲ ਇਹ ਹੋਣਾ ਚਾਹੀਦਾ ਹੈ। ਇਟ ਮੀਨਸ ਤੁਹਾਡੇ ਕੋਲ ਜਿਹੜਾ ਹੈਗਾ ਇਹ ਤੁਹਾਡਾ ਜਿਹੜਾ ਆਨਸਰ ਹੋਣਾ ਚਾਹੀਦਾ ਤੁਹਾਡਾ ਮੋਡ 2 ਤੋਂ ਬੜਾ ਹੋਣਾ ਚਾਹੀਦਾ। ਮੋਡ 2 ਤੋਂ ਵੱਡਾ ਕਦੋਂ ਹੋਊਗਾ, ਇੱਥੇ 2 ਹੈ, ਇੱਥੇ -1 ਹੈ, ਇੱਥੇ ਅਗਰ ਤੁਹਾਡੀ ਵੈਲਿਊ 2 ਤੋਂ ਬੜੀ ਆ ਜੇ ਤਾਂ ਵੀ ਤੁਹਾਡਾ ਮੋਡ, ਅਗਰ -2 ਤੋਂ ਛੋਟੀ ਆ ਜੇ ਤਾਂ ਵੀ ਉੱਥੇ ਮੋਡ 2 ਤੋਂ ਵੱਡਾ। ਸੋ ਅਲਟੀਮੇਟਲੀ ਤੁਹਾਡਾ ਇਹਦੇ ਵਿੱਚ ਤੁਹਾਡਾ ਆਨਸਰ ਆਉਣਾ ਚਾਹੀਦਾ ਹੈਗਾ ਤੁਹਾਡੇ ਕੋਲ, ਠੀਕ ਹੈ। ਸੋ ਮੈਨੂੰ ਆਪਸ਼ਨ ਇਦਾਂ ਦੀ ਕੋਈ ਲੱਗਦੀ ਨਹੀਂ ਵੀ ਮੈਂ ਲਿਖੀ ਹੈ। ਸੋ -ਇਨਫਿਨਿਟੀ ਤੋਂ -2, ਸੋ ਇਹ ਵਾਲੀ ਚੀਜ਼ ਹੈ ਜੀ ਤੁਹਾਡੇ ਕੋਲ। ਤੋਂ ਆਪਾਂ ਕੀ ਕਰਨਾ ਹੈ ਤੁਹਾਡੇ ਕੋਲ, ਮੈਨੂੰ ਲੱਗਦਾ ਕਿ ਤੁਸੀਂ ਆਹ ਵਾਲੀ ਚੀਜ਼ ਹੈ ਜੀ ਤੁਹਾਡੇ ਕੋਲ। ਤੋਂ ਅਗਰ ਆਪਾਂ ਦੇਖੀਏ ਤੁਹਾਡੇ ਕੋਲ, ਠੀਕ ਹੈ, ਤੋਂ x ਗ੍ਰੇਟਰ ਦੈਨ ਐਕਚੁਅਲੀ ਜਿਹੜਾ ਹੈਗਾ ਤੁਹਾਡੇ ਕੋਲ ਆਪਸ਼ਨ ਵਿੱਚ ਮੈਨੂੰ ਆ ਪਾਉਣਾ ਚਾਹੀਦਾ ਸੀਗਾ। ਸੋ ਆਪਸ਼ਨ ਤਾਂ ਠੀਕ ਹੈ ਜੀ, ਸਮਥਿੰਗ ਮਿਸਿੰਗ ਇੱਥੇ ਮੋਡ ਹੈ, ਐ ਕਰ ਲਿਓ, ਠੀਕ ਹੈ ਜੀ। ਸੋ ਇਹ ਆਪਸ਼ਨ ਟਰੂ ਹੈ ਤੁਹਾਡੇ ਕੋਲ। ਸੋ ਡੈਫੀਨੇਟਲੀ ਦੇਖੋ ਆ ਤਾਂ ਨਹੀਂ ਹੁੰਦੀਆਂ, ਜੇ ਤੁੱਕਾ ਵੀ ਮਾਰਨਾ ਹੁੰਦਾ ਬੰਦੇ ਨੇ ਤਾਂ ਉਹਨੇ ਐਡੀ ਵੱਡੀ ਰੇਂਜ ਲੈਣੀ ਹੈ, ਤਾਂ ਤੁਸੀਂ ਆ ਅਲਟੀਮੇਟਲੀ ਤੁਹਾਡਾ ਜਿਹੜਾ ਆਨਸਰ ਹੈ ਉਹ -ਇਨਫਿਨਿਟੀ ਤੋਂ -2 ਹੋਏਗਾ, ਯੂਨੀਅਨ 2 ਤੋਂ ਇਨਫਿਨਿਟੀ ਹੋਏਗਾ। ਸੋ ਦੈਟ ਇਜ਼ ਕਰੈਕਸ਼ਨ, ਠੀਕ ਹੈ ਜੀ। ਸੋ ਇੰਨਾ ਤੁਸੀਂ ਕਰ ਲੈਣਾ ਹੈ। ਕੁਐਸਚਨ ਨੰਬਰ 5 ਤੋਂ ਬਾਅਦ ਆਪਾਂ ਨਵੇਂ ਉਹਦੇ ਵਿੱਚ ਕਰਦੇ ਹਾਂ, ਠੀਕ ਹੈ ਜੀ। ਸੋ ਇੱਥੇ ਤੱਕ ਕੁਐਸਚਨ ਕਰੋ, ਉਹਨਾਂ ਦੀਆਂ ਪੋਸੀਬਿਲਿਟੀਜ਼ ਸੋਚੋ, ਉਹਦੇ ਤੇ ਸੋਚੋ ਵੀ ਕਨਸੈਪਟ ਕੀ ਹੈ, ਠੀਕ ਹੈ। ਫਿਰ ਆਪਣੀ ਜਿਹੜੀ ਵੀ ਬੁੱਕ ਤੁਸੀਂ ਫੋਲੋ ਕਰ ਰਹੇ ਹੋ ਤੁਹਾਡੇ ਕੋਲ, ਠੀਕ ਹੈ, ਉਹਦੇ ਉੱਤੇ ਜਿਹੜਾ ਹੈਗਾ ਉਹ ਪ੍ਰੈਕਟਿਸ ਕਰੋ ਉਹਦੇ ਤੇ, ਠੀਕ ਹੈ ਜੀ। ਥੈਂਕ ਯੂ, ਅਗਲੀ ਮੀਟਿੰਗ 'ਚ ਮਿਲਦੇ ਹਾਂ।